ਯੋਹੰਨਾ ਦੀ ਕਿਤਾਬ ਅਧਿਆਇ 9। ਰਾਹ ਵਿੱਚ ਜਾਂਦਿਆਂ ਹੋਇਆਂ ਯਿਸੂ ਨੇ ਇੱਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨ੍ਹਾ ਸੀ। ਯਿਸੂ ਦੇ ਚੇਲਿਆਂ ਨੇ ਪੁੱਛਿਆ, ਗੁਰੂ ਜੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ, ਇਸ ਨੇ ਜਾਂ ਇਸ ਦੇ ਮਾਤਾ ਪਿਤਾ ਨੇ? ਯਿਸੂ ਨੇ ਉੱਤਰ ਦਿੱਤਾ, ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ ਪਿਤਾ ਨੇ। ਇਹ ਕੇਵਲ ਇਸ ਲਈ ਅੰਨ੍ਹਾ ਜਨਮਿਆ ਕਿ ਇਸ ਦੁਆਰਾ ਪਰਮੇਸ਼ਰ ਦੇ ਕੰਮਾਂ ਦਾ ਪ੍ਰਗਟਾਵਾ ਹੋਵੇ। ਜਿਸ ਨੇ ਮੈਨੂੰ ਘੱਲਿਆ ਹੈ, ਸਾਨੂੰ ਉਸ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਦਿਨ ਹੈ। ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ। ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ। ਇਹ ਕਹਿ ਕੇ ਯਿਸੂ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਉਸ ਥੁੱਕ ਦੇ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਅੰਨ੍ਹੇ ਦੀਆਂ ਅੱਖਾਂ ਉੱਤੇ ਲਾ ਕੇ ਉਸ ਨੂੰ ਕਿਹਾ, ਜਾ ਕੇ ਸ਼ਿਲੋਮ ਦੇ ਤਲਾਅ ਵਿੱਚ ਧੋ ਲੈ। ਇਸ ਦਾ ਅਰਥ ਹੈ ਭੇਜਿਆ ਹੋਇਆ। ਇਸ ਤਰ੍ਹਾਂ ਉਹ ਗਿਆ। ਉਸ ਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਦੇਖਦਾ ਹੋਇਆ ਮੁੜ ਆਇਆ। ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ ਜਿਨ੍ਹਾਂ ਉਸ ਨੂੰ ਪਹਿਲੇ ਭੀਖ ਮੰਗਦੇ ਦੇਖਿਆ ਸੀ ਕਿਹਾ, ਕੀ ਇਹ ਉਹੀ ਆਦਮੀ ਨਹੀਂ ਜੋ ਬੈਠਾ ਭੀਖ ਮੰਗਿਆ ਕਰਦਾ ਸੀ? ਕੁਝ ਨੇ ਕਿਹਾ, ਇਹ ਉਹੀ ਹੈ, ਪਰ ਕੁਝ ਹੋਰ ਨੇ ਆਖਿਆ, ਨਹੀਂ, ਇਹ ਉਸ ਵਰਗਾ ਹੈ। ਉਸ ਆਦਮੀ ਨੇ ਆਪ ਕਿਹਾ, ਮੈਂ ਉਹੀ ਹਾਂ। ਇਸ ਲਈ ਉਹਨਾਂ ਨੇ ਉਸ ਤੋਂ ਪੁੱਛਿਆ, ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹੀਆਂ? ਉਸ ਆਦਮੀ ਨੇ ਉੱਤਰ ਦਿੱਤਾ, ਯਿਸੂ ਨਾਂ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਉੱਤੇ ਲਾਇਆ ਅਤੇ ਮੈਨੂੰ ਕਿਹਾ, ਸ਼ਿਲੋਮ ਵਿੱਚ ਜਾ ਕੇ ਧੋ ਲੈ। ਇਸ ਲਈ ਮੈਂ ਗਿਆ। ਜਿਸ ਘੜੀ ਹੀ ਮੈਂ ਧੋਇਆ, ਉਸ ਘੜੀ ਮੈਂ ਦੇਖਣ ਲੱਗ ਪਿਆ। ਉਹਨਾਂ ਨੇ ਉਸ ਤੋਂ ਪੁੱਛਿਆ, ਉਹ ਕਿੱਥੇ ਹੈ? ਉਸ ਨੇ ਉੱਤਰ ਦਿੱਤਾ, ਮੈਂ ਨਹੀਂ ਜਾਣਦਾ। ਫਿਰ ਉਹ ਲੋਕੀ ਉਸ ਆਦਮੀ ਨੂੰ ਜੋ ਪਹਿਲੇ ਅੰਨ੍ਹਾ ਸੀ ਫਰੀਸੀਆਂ ਕੋਲ ਲੈ ਗਏ। ਜਿਸ ਦਿਨ ਯਿਸੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ, ਸਬਤ ਦਾ ਦਿਨ ਸੀ। ਇਸ ਲਈ ਫਰੀਸੀਆਂ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਿਆ, ਉਹ ਸਜਾਖਾ ਕਿਸ ਤਰ੍ਹਾਂ ਹੋਇਆ? ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਉਸ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਦਾ ਲੇਪ ਲਾਇਆ, ਜਿਸ ਨੂੰ ਮੈਂ ਧੋਇਆ ਅਤੇ ਹੁਣ ਮੈਂ ਦੇਖ ਰਿਹਾ ਹਾਂ। ਇਸ ਉੱਤੇ ਕੁਝ ਫਰੀਸੀ ਬੋਲੇ, ਇਹ ਆਦਮੀ ਪਰਮੇਸ਼ਰ ਵੱਲੋਂ ਨਹੀਂ ਹੈ, ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ ਹੈ। ਪਰ ਕੁਝ ਹੋਰ ਬੋਲੇ, ਇਹੋ ਜਿਹੇ ਚਿੰਨ੍ਹ ਇੱਕ ਪਾਪੀ ਆਦਮੀ ਕਿਸ ਤਰ੍ਹਾਂ ਦਿਖਾ ਸਕਦਾ ਹੈ? ਇਸ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਗਈ। ਇਸ ਲਈ ਫਰੀਸੀਆਂ ਨੇ ਇੱਕ ਵਾਰ ਫੇਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ ਪੁੱਛਿਆ, ਤੂੰ ਉਸ ਦੇ ਬਾਰੇ ਕੀ ਕਹਿੰਦਾ ਹੈ? ਤੇਰੀਆਂ ਅੱਖਾਂ ਤਾਂ ਉਸ ਨੇ ਖੋਲ੍ਹੀਆਂ ਹਨ। ਉਸ ਨੇ ਉੱਤਰ ਦਿੱਤਾ, ਉਹ ਇੱਕ ਨਬੀ ਹੈ। ਪਰ ਯਹੂਦੀ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹੈ, ਜਦੋਂ ਤੀਕ ਕਿ ਉਹਨਾਂ ਉਸ ਦੇ ਜੋ ਹੁਣ ਦੇਖਣ ਲੱਗ ਪਿਆ ਸੀ ਮਾਤਾ ਪਿਤਾ ਨੂੰ ਨਾ ਸੱਦ ਲਿਆ। ਉਹਨਾਂ ਨੇ ਉਸ ਦੇ ਮਾਤਾ ਪਿਤਾ ਕੋਲੋਂ ਪੁੱਛਿਆ, ਕੀ ਇਹ ਤੁਹਾਡਾ ਪੁੱਤਰ ਹੈ? ਕੀ ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ? ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ? ਉਸ ਦੇ ਮਾਤਾ ਪਿਤਾ ਨੇ ਉੱਤਰ ਦਿੱਤਾ, ਅਸੀਂ ਇਹ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ, ਪਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ, ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ ਹਨ। ਉਸ ਤੋਂ ਪੁੱਛ ਲਓ, ਕਿਉਂਕਿ ਉਹ ਸਿਆਣਾ ਹੈ, ਉਹ ਆਪੇ ਹੀ ਦੱਸੇਗਾ। ਉਸ ਦੇ ਮਾਤਾ ਪਿਤਾ ਨੇ ਇਸ ਤਰ੍ਹਾਂ ਉੱਤਰ ਦਿੱਤਾ, ਕਿਉਂਕਿ ਯਹੂਦੀਆਂ ਨੇ ਇਹ ਮਤਾ ਪਹਿਲੇ ਹੀ ਕਰ ਲਿਆ ਸੀ ਕਿ ਜੋ ਕੋਈ ਵੀ ਯਿਸੂ ਨੂੰ ਮਸੀਹ ਕਰਕੇ ਮੰਨੇਗਾ, ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ ਜਾਵੇਗਾ। ਇਸੇ ਲਈ ਉਸ ਦੇ ਮਾਤਾ ਪਿਤਾ ਨੇ ਕਿਹਾ, ਉਹ ਸਿਆਣਾ ਹੈ, ਉਸ ਤੋਂ ਪੁੱਛੋ। ਇਸ ਲਈ ਯਹੂਦੀਆਂ ਨੇ ਦੂਜੀ ਵਾਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ ਸੱਦਿਆ ਅਤੇ ਉਸ ਨੂੰ ਕਿਹਾ, ਪਰਮੇਸ਼ਰ ਦੀ ਵਡਿਆਈ ਕਰ, ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ। ਉਸ ਨੇ ਉੱਤਰ ਦਿੱਤਾ, ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ, ਪਰ ਇਹ ਗੱਲ ਮੈਂ ਜ਼ਰੂਰ ਜਾਣਦਾ ਹਾਂ ਕਿ ਮੈਂ ਅੰਨ੍ਹਾ ਸਾਂ ਅਤੇ ਹੁਣ ਮੈਂ ਸੁਜਾਖਾ ਹਾਂ। ਉਹਨਾਂ ਨੇ ਉਸ ਤੋਂ ਪੁੱਛਿਆ, ਉਸ ਨੇ ਤੇਰੇ ਨਾਲ ਕੀ ਕੀਤਾ? ਉਸ ਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲ੍ਹੀਆਂ? ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਅਤੇ ਤੁਸੀਂ ਸੁਣਿਆ ਨਹੀਂ ਹੈ। ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ? ਇਸ ਉੱਤੇ ਉਹਨਾਂ ਉਸ ਨੂੰ ਕਵਚਨ ਕਹੇ ਅਤੇ ਬੋਲੇ, ਤੂੰ ਹੀ ਉਸ ਦਾ ਚੇਲਾ ਹੈ। ਅਸੀਂ ਤਾਂ ਮੂਸਾ ਦੇ ਚੇਲੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ, ਪਰ ਇਹ ਆਦਮੀ ਕਿੱਥੋਂ ਹੈ, ਅਸੀਂ ਨਹੀਂ ਜਾਣਦੇ। ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, ਇਹ ਅਜੀਬ ਗੱਲ ਹੈ, ਤੁਸੀਂ ਜਾਣਦੇ ਹੀ ਨਹੀਂ ਹੋ ਕਿ ਉਹ ਕਿੱਥੋਂ ਹੈ, ਪਰ ਫਿਰ ਵੀ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ ਹੈ, ਉਹ ਉਹਨਾਂ ਦੀ ਹੀ ਸੁਣਦਾ ਹੈ ਜਿਹੜੇ ਉਸ ਨੂੰ ਮੰਨਦੇ ਅਤੇ ਉਸ ਦੀ ਇੱਛਾ ਅਨੁਸਾਰ ਚੱਲਦੇ ਹਨ। ਦੁਨੀਆ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਇਹ ਨਹੀਂ ਸੁਣਿਆ ਗਿਆ
ਕਿ ਕਿਸੇ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲ੍ਹੀਆਂ ਹੋਣ। ਜੇਕਰ ਇਹ ਆਦਮੀ ਪਰਮੇਸ਼ਰ ਵੱਲੋਂ ਨਾ ਹੁੰਦਾ ਤਾਂ ਉਹ ਕੁਝ ਨਾ ਕਰ ਸਕਦਾ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਪਾਪਾਂ ਵਿੱਚ ਹੀ ਜੰਮਿਆ ਪਲਿਆ ਹੈ ਅਤੇ ਕੀ ਤੂੰ ਸਾਨੂੰ ਪੜ੍ਹਾ ਰਿਹਾ ਹੈ? ਫਿਰ ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ। ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਛੇਕ ਦਿੱਤਾ ਹੈ। ਇਸ ਲਈ ਉਸ ਨੂੰ ਲੱਭ ਕੇ ਯਿਸੂ ਨੇ ਉਸ ਤੋਂ ਪੁੱਛਿਆ, ਕੀ ਤੂੰ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ? ਉਸ ਆਦਮੀ ਨੇ ਯਿਸੂ ਤੋਂ ਪੁੱਛਿਆ, ਸ਼੍ਰੀਮਾਨ ਜੀ, ਉਹ ਕੌਣ ਹੈ? ਮੈਨੂੰ ਦੱਸੋ ਤਾਂ ਜੋ ਮੈਂ ਉਹਨਾਂ ਉੱਤੇ ਵਿਸ਼ਵਾਸ ਕਰਾਂ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਉਸ ਨੂੰ ਦੇਖ ਚੁੱਕਾ ਹੈ ਅਤੇ ਇਹ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹੈ ਉਹੀ ਹੈ। ਉਹ ਆਦਮੀ ਬੋਲਿਆ, ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਹਾਂ। ਅਤੇ ਉਸਨੇ ਗੋਡਿਆਂ ਪਰਨੇ ਹੋ ਕੇ ਉਹਨਾਂ ਨੂੰ ਪ੍ਰਣਾਮ ਕੀਤਾ। ਯਿਸੂ ਨੇ ਕਿਹਾ, ਮੈਂ ਸੰਸਾਰ ਵਿੱਚ ਨਿਆਂ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ ਉਹ ਦੇਖਣ ਅਤੇ ਜਿਹੜੇ ਦੇਖਦੇ ਹਨ ਉਹ ਅੰਨੇ ਹੋ ਜਾਣ। ਕੁਝ ਫਰੀਸੀ ਜਿਹੜੇ ਉੱਥੇ ਯਿਸੂ ਦੇ ਨਾਲ ਸਨ ਇਹ ਸੁਣ ਕੇ ਬੋਲੇ, ਕੀ ਅਸੀਂ ਵੀ ਅੰਨੇ ਹਾਂ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜੇਕਰ ਤੁਸੀਂ ਅੰਨੇ ਹੁੰਦੇ ਤਾਂ ਪਾਪ ਦੇ ਭਾਗੀ ਨਾ ਹੁੰਦੇ, ਪਰ ਤੁਸੀਂ ਕਹਿੰਦੇ ਹੋ ਅਸੀਂ ਦੇਖਦੇ ਹਾਂ, ਇਸ ਕਾਰਨ ਤੁਹਾਡਾ ਪਾਪ ਬਣਿਆ ਰਹਿੰਦਾ ਹੈ।